ਹੈਲੋ ਡੀਅਰ ਸਟੂਡੈਂਟਸ, ਅੱਜ ਦਾ ਸਾਡਾ ਟੌਪਿਕ ਆਪਰੇਟਰਸ, ਜਿਸ ਦੇ ਵਿੱਚ ਅਸੀਂ ਕਵਰ ਕਰਾਂਗੇ ਪਾਰਟ 2 ਦੇ ਵਿੱਚ ਆਪਰੇਟਰਸ ਦੇ ਵਿੱਚੋਂ ਬਿਟਵਾਈਜ਼ ਆਪਰੇਟਰ, ਸਾਈਜ਼ ਆਫ ਆਪਰੇਟਰ, ਟਰਨਰੀ ਆਪਰੇਟਰ ਐਂਡ ਅਦਰ ਆਪਰੇਟਰਸ। ਤਾਂ ਸ਼ੁਰੂ ਕਰਦੇ ਅਸੀਂ ਸਾਡੇ ਅੱਜ ਦੇ ਆਪਰੇਟਰਸ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਬਿਟਵਾਈਜ਼ ਆਪਰੇਟਰਸ। ਬਿਟਵਾਈਜ਼ ਆਪਰੇਟਰਸ ਉਹ ਆਪਰੇਟਰਸ ਨੇ ਜਿਹੜੇ ਬਿਟ ਦੇ ਉੱਪਰ ਕੰਮ ਕਰਦੇ ਆ। ਬਿਟ ਤੋਂ ਇੱਥੇ ਸਾਡਾ ਮੀਨਿੰਗ ਹੈ ਕਿ ਜੇਕਰ ਅਸੀਂ ਇੱਕ ਇੰਟੀਜ਼ਰ ਬੋਲਦੇ ਹਾਂ 2 ਬਾਈਟ ਸਪੇਸ ਮੈਮਰੀ ਦੇ ਵਿੱਚ ਲੈ ਰਿਹਾ, ਤਾਂ ਉਹ 2 ਬਾਈਟ ਕੀ ਹੈ, 1 ਬਾਈਟ ਦੇ ਵਿੱਚ 8 ਬਿਟ, ਮਤਲਬ 1 ਬਿਟ ਦੇ ਵਿੱਚ ਬੰਦਾ ਇੱਕ ਚੀਜ਼ ਸਟੋਰ ਕਰਵਾ ਸਕਦਾ, ਜਾਂ 0 ਜਾਂ 1। ਤਾਂ ਇਹ ਜਿਹੜੇ ਆਪਰੇਟਰਸ ਨੇ ਤੁਹਾਡੀ ਡੈਸੀਮਲ ਵੈਲਿਊ 'ਤੇ ਕੰਮ ਨਾ ਕਰਕੇ ਪਹਿਲਾਂ ਉਸ ਨੂੰ ਬਾਈਨਰੀ ਵੈਲਿਊ ਦੇ ਵਿੱਚ ਕਨਵਰਟ ਕਰਦੇ ਨੇ, ਤਾਂ ਉਹਦੀ ਇੱਕ ਬਿਟ ਦੇ ਉੱਪਰ ਕੰਮ ਕਰਦੇ ਨੇ। ਫੋਰ ਐਗਜ਼ਾਮਪਲ ਅਸੀਂ 5 ਲਿਆ, 5 ਨੂੰ ਡਾਇਰੈਕਟ 5 ਨਾ ਮੰਨ ਕੇ ਪਹਿਲਾਂ 5 ਨੂੰ ਬਾਈਨਰੀ ਦੇ ਵਿੱਚ ਕਨਵਰਟ ਕੀਤਾ ਜਾਊਗਾ 101। ਉਸ ਤੋਂ ਬਾਅਦ ਉਹਦੀ ਇੱਕ ਬਿਟ ਦੇ ਉੱਪਰ ਕੰਮ ਕੀਤਾ ਜਾਂਦਾ। ਉਹਨਾਂ ਆਪਰੇਟਰਸ ਨੂੰ ਅਸੀਂ ਬੋਲਦੇ ਹਾਂ ਬਾਈਨਰੀ ਆਪਰੇਟਰਸ, ਜਿਨ੍ਹਾਂ ਵਿੱਚੋਂ ਨੇ ਤੁਹਾਡੇ ਬਿਟਵਾਈਜ਼ ਐਂਡ, ਔਰ, ਨੋਟ, ਸ਼ਿਫਟ ਐਂਡ ਜ਼ੋਰ ਆਪਰੇਟਰਸ। ਤਾਂ ਸਟਾਰਟ ਕਰਦੇ ਹਾਂ ਅਸੀਂ 1 ਬਾਏ 1 ਬਿਟਵਾਈਜ਼ ਆਪਰੇਟਰਸ। ਬਿਟਵਾਈਜ਼ ਐਂਡ ਆਪਰੇਟਰ। ਬਿਟਵਾਈਜ਼ ਐਂਡ ਆਪਰੇਟਰ ਦੇ ਲਈ ਸਿੰਬਲ ਐਂਪਰਸੈਂਟ ਦਾ ਯੂਜ਼ ਕੀਤਾ ਜਾਂਦਾ। ਤੁਸੀਂ ਲਿਖੋਗੇ A ਐਂਡ B। ਇੱਥੇ ਇੱਕ ਚੀਜ਼ ਬੜਾ ਧਿਆਨ ਦੇਣ ਯੋਗ ਹੈ ਕਿ ਤੁਸੀਂ ਜਦੋਂ ਲੌਜੀਕਲ ਆਪਰੇਟਰ ਦੇ ਵਿੱਚ ਐਡ ਕੀਤਾ ਤਾਂ ਉਸ ਸਮੇਂ ਅਸੀਂ ਡਬਲ ਐਂਪਰਸੈਂਟ ਦਾ ਸਿੰਬਲ ਯੂਜ਼ ਕਰਦੇ ਸੀ, ਬਟ ਬਿਟਵਾਈਜ਼ ਐਂਡ ਦੇ ਵਿੱਚ ਸਿੰਗਲ ਟਾਈਮ ਹੀ ਅਸੀਂ ਐਂਪਰਸੈਂਟ ਨੂੰ ਯੂਜ਼ ਕਰਨਾ ਗਾ। ਹੁਣ ਅਸੀਂ ਐਂਡ ਕਵਰ ਕਰਨ ਜਾ ਰਹੇ ਹਾਂ, ਤਾਂ ਐਂਡ ਦਾ ਰੂਲ ਹੈ ਇਫ ਦਾ ਬਿਟਸ ਆਫ ਬੋਥ ਦਾ ਆਪਰੈਂਡਸ ਆਰ 1 then output is 1, otherwise the output would be 0। ਜੇਕਰ ਤੁਹਾਡੀ A ਅਤੇ B ਦੀਆਂ ਦੋਨਾਂ ਦੀਆਂ ਬਿਟਸ 1 ਆ ਤਾਂ ਆਨਸਰ 1 ਹੈ, ਅਦਰਵਾਈਜ਼ ਆਨਸਰ 0 ਹੈ। ਕੋਈ ਇੱਕ 1 ਹੈ ਤਾਂ ਵੀ ਆਨਸਰ ਤੁਹਾਡਾ 0 ਆ। ਮੀਨਸ A ਅਤੇ B ਜੇਕਰ ਦੋਨਾਂ ਦੀ ਉਹ ਬਿਟ 1 ਹੈ ਤਾਂ ਹੀ ਆਨਸਰ ਤੁਹਾਡਾ 1 ਆਏਗਾ, ਅਦਰਵਾਈਜ਼ ਆਨਸਰ 0 ਹੈ। ਐਗਜ਼ਾਮਪਲ ਨਾਲ ਕਵਰ ਕਰਦੇ ਹਾਂ ਅਸੀਂ। ਸਪੋਜ਼ ਤੁਹਾਡੇ ਦੋ ਡੈਸੀਮਲ ਨੰਬਰਸ ਨੇ A equals to 6 and B equals to 4। ਇਹਨਾਂ ਦੋ ਡੈਸੀਮਲਸ ਨੰਬਰ ਨੂੰ ਸਮਝਣ ਦੇ ਲਈ ਤਾਂ ਤੁਸੀਂ ਪਹਿਲਾਂ ਕੀ ਕਰੋ, ਉਹ ਨੰਬਰਸ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਰੋ। ਜੇਕਰ ਤੁਸੀਂ ਸਮਝਣਾ ਚਾਹੁੰਦੇ ਹੋ ਤਾਂ ਉਹਨਾਂ ਨੰਬਰਸ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਰ ਲਓ। ਜਿਵੇਂ ਅਸੀਂ 6 ਨੂੰ ਲਿਖਿਆ 0110 ਅਤੇ 4 ਨੂੰ ਤੁਹਾਡੇ ਨੂੰ ਕਨਵਰਟ ਕੀਤਾ ਹੋਇਆ 0100। ਤਾਂ ਇਹ ਬਾਈਨਰੀ ਰਿਪਰੈਜ਼ੈਂਟੇਸ਼ਨ ਸਮਝਣ ਦੇ ਲਈ ਪਹਿਲਾਂ BCD ਕੋਡ ਦੀ ਵੀਡੀਓ ਦੇਖ ਲਿਓ, ਉਸ ਤੋਂ ਬਾਅਦ ਇਹ ਟੌਪਿਕ ਕਵਰ ਕਰਨਾ। ਤਾਂ ਹੁਣ ਅਸੀਂ A ਅਤੇ B ਜਿਹੜਾ ਕਿ 6 ਅਤੇ 4 ਸੀ ਉਹਨਾਂ ਨੂੰ ਬਾਈਨਰੀ ਦੇ ਵਿੱਚ ਲਿਖ ਚੁੱਕੇ ਹਾਂ। ਲਿਖਣ ਤੋਂ ਬਾਅਦ ਅਸੀਂ ਉਸਦਾ ਆਨਸਰ ਕੈਲਕੂਲੇਟ ਕਰਦੇ ਹਾਂ। ਤਾਂ ਆਨਸਰ ਦੇ ਵਿੱਚ ਕੀ ਹੈ ਤੁਹਾਡਾ, ਇੱਕ ਬਿਟ ਤੋਂ ਅਸੀਂ ਸ਼ੁਰੂ ਕਰਦੇ ਹਾਂ ਰਾਈਟ ਹੈਂਡ ਸਾਈਡ ਤੋਂ 00, A ਵੀ 0 B ਵੀ 0, ਦਾ ਦੋਨਾਂ ਦਾ ਐਂਡ 0, A1 B 0, ਤਾਂ ਆਨਸਰ ਤੁਹਾਡਾ 0। ਜਿੱਥੇ ਤੁਹਾਡੀ A ਅਤੇ B ਦੋਨੋਂ 1 ਉੱਥੇ ਆਨਸਰ 1, ਅਦਰਵਾਈਜ਼ ਆਨਸਰ 0। ਤਾਂ ਦੋਨੋਂ ਦਾ ਐਂਡ ਕਰਨ ਤੋਂ ਬਾਅਦ ਤੁਹਾਡੇ ਕੋਲ ਇਹ ਆਨਸਰ ਆ ਰਿਹਾ 0100, ਜਿਹੜਾ ਕਿ ਡੈਸੀਮਲ ਦੇ ਵਿੱਚ ਹੁੰਦਾ ਤੁਹਾਡਾ 4। ਤਾਂ ਇਸ ਐਗਜ਼ਾਮਪਲ ਨੂੰ ਤੁਸੀਂ ਪ੍ਰੋਗਰਾਮ ਦੀ ਫਾਰਮ ਦੇ ਵਿੱਚ ਇਸ ਤਰ੍ਹਾਂ ਲਿਖੋਗੇ। ਤੁਸੀਂ 2 ਡਿਜਿਟਸ ਲੈ ਕੇ, 2 ਇੰਟਰ ਡਿਜਿਟਸ ਲਏ, ਉਹਨਾਂ ਦਾ ਐਂਡ ਪ੍ਰਿੰਟ ਆਫ ਕਰਵਾਓਗੇ ਤਾਂ ਤੁਹਾਡਾ ਆਨਸਰ ਆਏਗਾ 4। ਤਾਂ ਆਈ ਹੋਪ ਤੁਸੀਂ ਇਸ ਪ੍ਰੋਗਰਾਮ ਦੇ ਬੈਕ 'ਤੇ ਜਿਹੜਾ ਕੰਮ ਹੋ ਰਿਹਾ, ਬਿਟ ਦੇ ਵਿੱਚ ਕਿੱਦਾਂ ਕੰਮ ਹੋ ਰਿਹਾ, ਉਹ ਤੁਸੀਂ ਸਮਝ ਗਏ ਹੋਵੋਗੇ। ਬਿਟਵਾਈਜ਼ ਔਰ ਆਪਰੇਟਰ represented by single vertical line like A or B। ਔਰ ਕਰਨ ਦੇ ਲਈ ਤੁਸੀਂ A ਔਰ B ਇਸ ਤਰ੍ਹਾਂ ਲਿਖੋਗੇ। ਪ੍ਰੋਗਰਾਮ ਦੇ ਵਿੱਚ ਰੂਲਸ ਨੇ ਔਰ ਆਪਰੇਟਰ ਦੇ। if the bit value of any of the operand is 1 then output is 1, otherwise 0। ਜੇਕਰ ਤੁਹਾਡੀ ਕੋਈ ਵੀ ਇੱਕ ਬਿਟ 1 ਹੈ, A ਦੀ ਜਾਂ B ਦੀ, ਕਿਸੇ ਦੀ ਵੀ ਇੱਕ ਵੀ ਬਿਟ 1 ਹੈ ਜਾਂ ਦੋਨੋਂ ਬਿਟ 1 ਨੇ, ਤਾਂ ਵੀ ਆਨਸਰ ਤੁਹਾਡਾ 1 ਹੀ ਆਏਗਾ। ਆਨਸਰ 0 ਉਸ ਸਮੇਂ ਆਉਂਦਾ ਜਦੋਂ ਦੋਨੋਂ ਹੀ 0 ਹੋਣ, A ਵੀ 0 B ਵੀ 0। ਐਗਜ਼ਾਮਪਲ ਕਵਰ ਕਰਦੇ ਹਾਂ ਅਸੀਂ, ਜਿਸ ਦੇ ਵਿੱਚ ਕਿ ਤੁਹਾਡੇ ਦੋ ਡੈਸੀਮਲ ਨੰਬਰ ਲੈਣੇ A equal to 23 B equals to 10। ਉਹਨਾਂ ਨੂੰ ਬਾਈਨਰੀ ਫਾਰਮ ਦੇ ਵਿੱਚ ਅਸੀਂ ਰਿਪਰੈਜ਼ੈਂਟ ਕਰ ਲਿਆ, A ਨੂੰ 23 ਨੂੰ ਅਤੇ 10 ਮੀਨਸ ਉਸ ਨੂੰ ਵੀ ਰਿਪਰੈਜ਼ੈਂਟ ਕੀਤਾ ਬਾਈਨਰੀ ਫਾਰਮ ਦੇ ਵਿੱਚ। ਹੁਣ ਅਸੀਂ ਕਰਨ ਜਾ ਰਹੇ ਹਾਂ ਦੋਨਾਂ ਦਾ ਔਰ। ਤਾਂ ਔਰ ਦੇ ਕੇਸ ਵਿੱਚ ਸਾਡਾ ਰੂਲ ਕੀ ਹੈ,
कि जिथे दोनों 0 उत्थे आंसर 0। जेकर असीं चैक करिए एग्जाम्पल दे विच इस पोजीशन ते दोनों ही बिट्स 0 0 आ, ए भी 0 बी भी 0, दैट मीनस उत्थे 0 आऊगा, अदरवाइज 1। तो शुरू करते हैं असीं साडी सल्यूशन। तो उहदे विच की है, जेकर तुहाडा 1 0 आ तो आंसर 1, 1 1 दा और 1, 1 0 दा और 1, 0 1 दा और 1, 1 0 दा और 1। जिथे ए 0 बी 0 उत्थे आंसर तुहाडा 0, 0 0 और 0, नैक्सट 0 0 और 0, 0 0 दा और भी 0। तो तुहाडा आंसर ये वाला आ रहा है जिसनों कि असी डेसीमल दे विच 31 काउंट करांगे। इस प्रोग्राम नूं चैक करन दे लई तुसीं इस तरह प्रोग्राम बना के जिस दे विच कि और करोगे ए ते बी दा, दैन चैक करो कि तुहाडा जिहड़ा आंसर है वो 31 आएगा। तो 31 आउण दा रीजन असी इस एग्जाम्पल के थ्रू कर चुके हैं। बिटवाइज जोर ऑपरेटर, बिटवाइज जोर ऑपरेटर के लिए तुसी सिंबल ए यूज़ कर रहे होगे, लाइक ए जोर बी। रूल्स ने दे, इफ द बिट्स आर डिफरेंट दैन 1, इफ द बिट्स आर सेम दैन 0। जेकर तुहाडी ए अते बी इक्को जगह ने, इक्को जगह तो मतलब इत्थे जां तो दोनों 0 जां दोनों 1, तो उस केस से तुहाडे जिहड़ा आंसर है वो 0 आऊगा, अदरवाइज आंसर 1 आऊगा। जेकर वो अलग अलग है, कोई 1 0 आ कोई 1 1 है, तो आंसर तुहाडा 1, अदरवाइज तुहाडा 0। एग्जाम्पल कवर करते हैं असीं। एग्जाम्पल दे विच असीं 2 डेसीमल नंबरस लए ने ए अते बी, जिन्हां दी बाइनरी रिप्रजेंटेशन नीचे कीती हुई है। तो इस प्रोग्राम दे विच भी असीं तुहाडा जोर करके ही दिखाया, तो सेम इस एग्जाम्पल दे विच उसदा सोल्यूशन दस्सिया कि किस तरह जिहड़ा ए ते बी दा जोर करन तो बाद तुहाडा आंसर कैलकुलेट होके तुहानूं शो हुंदा है। तो दोनों नंबर दी बाइनरी रिप्रजेंटेशन करन तो बाद असीं रूल कीता कि जिथे दोनों सेम ने, इक्को जगह होणगे उत्थे 0। तो इस एग्जाम्पल दे विच असीं चैक करिए कि जिथे ए भी 0 बी भी 0, मतलब दोनों इक्को जे, तो आंसर 0। ए 1 बी भी 1, इत्थे भी दोनों इक्को जे, तो आंसर 0। जिथे दोनों अलग अलग ने, ये 2 पोजीशनस से दोनों अलग अलग ने, 1 0 1 1, उत्थे आंसर तुहाडा 1। तो कैलकुलेट करन तो बाद तुहाडा जोर आउंदा 0 0 दा जोर 0, 0 1 दा जोर 1, 1 0 दा जोर 1, 1 1 दा जोर 0। तो आंसर तुहाडा ए वाला आएगा कैलकुलेट करन तो बाद, जिसनूं असीं डेसीमल दे विच बोलदे आ 6। जोर ऑपरेटर तो बाद नैक्सट तुहाडा बिटवाइज कंप्लीमेंट ऑपरेटर, यानी कि बिटवाइज नॉट ऑपरेटर। नॉट ऑपरेटर नूं कंप्लीमेंट भी बोलिया जाता। तो इस दे लई असीं सिंबल इदां लिखोगे तुसीं नॉट ए। तो नॉट का जिहड़ा रूल है ईजी है कि 0 नूं 1 बना देंगे तो 1 नूं 0 दे विच बदल देंगे। एग्जाम्पल ना देखते हैं असीं, बट एग्जाम्पल ना देखण तो पहला तुसीं 2 रूल्स याद रखने हैं कंप्लीमेंट दे लई। जिहड़ा आंसर है वो किस तरह आउंदा, तो पहला नोट करन दा लॉजिक ईजी है कि तुसीं की करो, ए नूं जिहड़ा तुहाडा डेसीमल नंबर है 8 उन्होंने बाइनरी च रिप्रजेंट करो। तो जो तुसीं ए दा नोट कर रहे हो उस समय ते जिहड़ा आंसर वो किस तरह आया वो इन्हां रूल्स तो तुसीं कैलकुलेट कर सकते हो। जेकर तुहाडा नंबर पॉजिटिव है, इफ पॉजिटिव इंक्रीज वैल्यू बाय 1 एंड पुट माइनस सिंबल। जेकर जिहड़ा तुसीं इत्थे नंबर दे रहे हो पॉजिटिव नंबर है तो तुसीं उहदी वैल्यू नूं 1 नाल वधा के उहदे अगे माइनस का सिंबल पा दो, वो तुहाडा आंसर आऊगा। जेकर नंबर नैगेटिव है मीनस कि इत्थे -8 हुंदा तां तुहाडी वैल्यू 1 नाल डिक्रीज हुंदी, मतलब 1 नाल नंबर घटा के तुसीं उहदे अगे प्लस का सिंबल पा दिंदे। तो इनू डिटेल दे लई समझण दे लई फिलहाल इस वीडियो दे विच मैं नहीं बोल रही कि उन्होंने किवें उस दे उपर काम कीता, किन्ने जिहड़े हैगे आ बिट्स तुहाडा इंटीजर लै रहे आ 8 बिट ते जां 16 बिट ते तुसीं किवें कैलकुलेट करना, किवें दा 1s कंप्लीमेंट 2s कंप्लीमेंट चैक करना, तो वो तुहाडे तो थोड़ा जिहा तुहाडे लई डिफिकल्ट हो जू। इसलिए इस वीडियो दे विच सिर्फ 8 दा नोट करके जिहड़ा आंसर है वो किवें कैलकुलेट करोगे। तो इत्थे रूल अकॉर्डिंग मैं बोलिया सी कि जे वैल्यू पॉजिटिव है तो 8 पॉजिटिव है, उन्होंने 1 नाल वधा लो तो कितना बन गया 9, उहदे अगे माइनस का सिंबल ला दो यानी कि आंसर आऊगा -9। जेकर इत्थे साडी वैल्यू नैगेटिव हुंदी
ਮੀਨਸ ਕਿ ਨੈਗੇਟਿਵ ਦਾ 8 ਮਤਲਬ -8 ਹੁੰਦਾ ਤਾਂ ਉਦੋਂ ਸਾਡਾ ਰੂਲ ਕੀ ਸੀ, ਉਹਦੇ 1 ਨਾਲ ਘਟਾਓ ਵੈਲਿਊ, ਅੱਗੇ ਪਲੱਸ ਲਾ ਦਿਓ। 1 ਨਾਲ ਘਟਾਇਆ ਤਾਂ 8 ਚੋਂ 1 ਘਟਾਏ ਅਸੀਂ 7 ਦੇ ਮਤਲਬ ਪੋਜ਼ੀਟਿਵ 7 ਤੁਹਾਡਾ ਆਨਸਰ ਆਏਗਾ। ਪ੍ਰੋਗਰਾਮ ਚੈੱਕ ਕਰਨ ਦੇ ਲਈ ਤੁਸੀਂ ਇਸ ਤਰ੍ਹਾਂ ਪ੍ਰੋਗਰਾਮ ਬਣਾਓਗੇ ਜਿਸ ਦੇ ਵਿੱਚ ਕੋਈ ਇੱਕ ਇੰਟੀਜ਼ਰ ਵੈਲਿਊ ਲੈ ਕੇ ਉਹਨੂੰ ਪ੍ਰਿੰਟ ਕਰਵਾਓਗੇ ਨੋਟ ਨਾਲ, ਤੇ ਪ੍ਰਿੰਟ ਕਰਵਾਉਣ ਤੋਂ ਬਾਅਦ ਜਿਹੜੀ ਤੁਸੀਂ ਆਊਟਪੁੱਟ ਅਕੋਰਡਿੰਗ ਟੂ ਥੀਸ ਰੂਲਸ ਚੈੱਕ ਕਰੋਗੇ ਤਾਂ ਤੁਹਾਡੇ ਪੋਜ਼ੀਟਿਵ ਵੈਲਿਊ 1 ਨਾਲ ਵੱਧ ਕੇ ਅੱਗੇ ਸਿੰਬਲ ਮਾਈਨਸ ਦਾ ਹੋਊਗਾ, ਤੇ ਨੈਗੇਟਿਵ ਵੈਲਿਊ ਦੇ ਕੇਸ ਦੇ ਵਿੱਚ ਵੈਲਿਊ 1 ਨਾਲ ਘਟ ਕੇ ਅੱਗੇ ਪੋਜ਼ੀਟਿਵ ਸਿੰਬਲ ਹੋਵੇਗਾ। ਤਾਂ ਇਸ ਪ੍ਰੋਗਰਾਮ ਦਾ ਸਾਡਾ ਆਨਸਰ ਆਉਂਦਾ -9। ਨੈਕਸਟ ਅਸੀਂ ਕਰ ਰਹੇ ਹਾਂ ਬਿਟਵਾਈਜ਼ ਸ਼ਿਫਟ ਆਪਰੇਟਰਸ। ਬਿਟਵਾਈਜ਼ ਸ਼ਿਫਟ ਆਪਰੇਟਰ ਵਿਲ ਸ਼ਿਫਟ ਦ ਬਿਟਸ ਐਦਰ ਔਨ ਦ ਲੈਫਟ ਸਾਈਡ ਔਰ ਰਾਈਟ ਸਾਈਡ। ਤੁਹਾਡੇ ਬਿਟਵਾਈਜ਼ ਸ਼ਿਫਟ ਆਪਰੇਟਰਸ ਤੁਹਾਡੀ ਬਿਟਸ ਨੂੰ ਲੈਫਟ ਜਾਂ ਰਾਈਟ ਸਾਈਡ ਵੱਲ ਨੂੰ ਸ਼ਿਫਟ ਕਰਦੇ ਆ। ਦੋ ਤਰ੍ਹਾਂ ਦੇ ਹੁੰਦੇ ਨੇ, ਲੈਫਟ ਸ਼ਿਫਟ ਅਤੇ ਰਾਈਟ ਸ਼ਿਫਟ। ਲੈਫਟ ਸ਼ਿਫਟ ਆਪਰੇਟਰਸ, it is an operator that shift the number of bits to the left side। ਇਸ ਆਪਰੇਟਰ ਦੇ ਵਿੱਚ ਤੁਸੀਂ ਲੈਫਟ ਸਾਈਡ ਨੂੰ ਸ਼ਿਫਟ ਕਰੋਗੇ ਤੁਹਾਡੀਆਂ ਬਿਟਸ ਨੂੰ। ਕਲੀਅਰ, ਤੁਸੀਂ ਲੈਫਟ ਸਾਈਡ ਵੱਲ ਨੂੰ ਸ਼ਿਫਟ ਕਰਨਾ ਆਪਣੀਆਂ ਬਿਟਸ ਨੂੰ। ਲਿਖੋਗੇ ਇਸ ਨੂੰ ਤੁਸੀਂ ਇਸ ਤਰ੍ਹਾਂ, ਇਹਦਾ ਮੈਥਡ ਹੈ ਆਪਰੈਂਡ ਦੈਨ ਸ਼ਿਫਟ ਆਪਰੇਟਰ ਲਗਾ ਕੇ n। ਇੱਥੇ ਆਪਰੈਂਡ ਮਤਲਬ ਹੈ ਜਿਹਨੂੰ ਸ਼ਿਫਟ ਕਰਨਾ, n ਮਤਲਬ ਕਿੰਨੀਆਂ ਬਿਟ ਨਾਲ ਸ਼ਿਫਟ ਕਰਨਾ, ਕਿ ਤੁਸੀਂ 1 ਬਿਟ ਨਾਲ ਸ਼ਿਫਟ ਕਰਨਾ ਚਾਹੁੰਦੇ ਹੋ, 2 ਬਿਟ ਨਾਲ, 3 ਬਿਟ ਨਾਲ। ਸਪੋਜ਼ ਅਸੀਂ 8 ਨੂੰ 2 ਬਿਟ ਨਾਲ ਸ਼ਿਫਟ ਕਰਨਾ ਚਾਹੁੰਦੇ ਤਾਂ ਤੁਸੀਂ ਆਪਰੈਂਡ ਦੀ ਜਗ੍ਹਾ 'ਤੇ ਲਿਖੋਗੇ 8, n ਦੀ ਜਗ੍ਹਾ 'ਤੇ ਲਿਖੋਗੇ 2। ਹੁਣ ਅਸੀਂ ਸਮਝਦੇ ਹਾਂ ਕਿ ਲੈਫਟ ਸ਼ਿਫਟ ਤੋਂ ਸਾਡਾ ਇੱਥੇ ਮੀਨਿੰਗ ਕੀ ਹੈ। ਤਾਂ ਅਸੀਂ ਕੀਤਾ ਕਿ ਜਿਹੜੀਆਂ ਤੁਹਾਡੀਆਂ ਬਿਟਸ ਨੇ ਉਹ ਲੈਫਟ ਸਾਈਡ ਨੂੰ ਸ਼ਿਫਟ ਹੋ ਜਾਂਦੀਆਂ। ਅਸੀਂ ਰਾਈਟ ਹੈਂਡ ਸਾਈਡ ਤੋਂ ਸ਼ੁਰੂ ਹੋਵਾਂਗੇ ਅਤੇ ਲੈਫਟ ਸਾਈਡ ਨੂੰ ਜਿਹੜੀਆਂ ਤੁਹਾਡੀਆਂ ਬਿਟਸ ਨੇ ਉਹ ਸ਼ਿਫਟ ਕਰਾਂਗੇ। ਐਗਜ਼ਾਮਪਲ ਨਾਲ ਸਮਝਦੇ ਹਾਂ ਅਸੀਂ। ਤੁਹਾਡਾ ਇੱਕ ਬਾਈਨਰੀ ਨੰਬਰ ਹੈ, ਡੈਸੀਮਲ ਨੰਬਰ ਇੰਟ a = 5। ਤਾਂ ਇਹ ਸ਼ਿਫਟ ਆਪਰੇਟਰਸ ਵੀ ਤੁਹਾਡੇ ਬਿਟ ਵਾਈਜ਼ ਨੇ, ਤਾਂ ਪਹਿਲਾਂ ਉਹਨੂੰ ਬਾਈਨਰੀ ਦੇ ਵਿੱਚ ਕਨਵਰਟ ਕਰੋ ਜਿਹਨੂੰ ਕਿ ਅਸੀਂ ਲਿਖਦੇ ਹੈਗੇ 0101। ਹੁਣ ਅਸੀਂ ਇਸ ਨੂੰ 2 ਬਿਟਸ ਸ਼ਿਫਟ ਕਰਨਾ। ਅਸੀਂ ਐਗਜ਼ਾਮਪਲ ਦੇ ਵਿੱਚ ਲਿਖਿਆ a ਸ਼ਿਫਟ 2, ਮਤਲਬ a ਨੂੰ ਲੈਫਟ ਵੱਲ ਨੂੰ 2 ਬਿਟ ਸ਼ਿਫਟ ਕਰੋ। ਇੱਥੇ ਲੈਫਟ ਵੱਲ ਨੂੰ 2 ਬਿਟ ਸ਼ਿਫਟ ਕਰਨ ਤੋਂ ਸਾਡਾ ਮੀਨਿੰਗ ਹੈ ਇਹਦੇ ਇੱਧਰਲੀ ਸਾਈਡ ਤੁਸੀਂ 2 ਬਿਟ ਹੋਰ ਲਗਾ ਦਿਓ, ਅਤੇ ਉਹ 2 ਲਗਾਉਣੀਆਂ ਕਿਹੜੀਆਂ 0। ਜਿੰਨੇ ਬਿਟ ਵੀ ਅਸੀਂ ਸ਼ਿਫਟ ਕਰਨ ਨੂੰ ਕਹਿ ਰਹੇ ਹਾਂ ਅਸੀਂ ਉਨੀਆਂ 0 ਇੱਥੇ ਫਿਲ ਕਰ ਦਿਆਂਗੇ। ਤਾਂ ਅਸੀਂ ਇਹਦੀ ਇਸ ਪੋਜੀਸ਼ਨ 'ਤੇ, ਕਿਉਂਕਿ ਅਸੀਂ ਇਹਨੂੰ ਲੈਫਟ ਵੱਲ ਨੂੰ ਇੱਧਰ ਵੱਲ ਨੂੰ ਸ਼ਿਫਟ ਕਰਨਾ, ਤਾਂ ਅਸੀਂ ਇਹਨੂੰ ਇੱਧਰ ਨੂੰ ਸ਼ਿਫਟ ਕਰਨ ਲੱਗੇ। ਜਿੰਨੀਆਂ ਬਿਟ ਅਸੀਂ ਇੱਥੇ ਕਹਿ ਰਹੇ ਹਾਂ ਅਸੀਂ 2 ਬਿਟ ਕਹੀਆਂ, ਤਾਂ ਉਹ 2 ਤੁਸੀਂ ਇੱਧਰ ਐਕਸਟਰਾ 0 ਪੁੱਟ ਕਰੋ। ਤਾਂ ਇਹ ਹੋ ਗਿਆ ਤੁਹਾਡਾ ਲੈਫਟ ਸ਼ਿਫਟ, ਜਿਹਨੂੰ ਕਿ 0101 ਮਤਲਬ 5 ਨੂੰ ਜੇ 2 ਬਿਟ ਸ਼ਿਫਟ ਕੀਤਾ ਉਹਦੇ ਇੱਧਰਲੀ ਸਾਈਡ 2 ਐਕਸਟਰਾ 0 ਲਗਾ ਦਿਓ, ਅਤੇ ਉਸ ਤੋਂ ਬਾਅਦ ਇਹ ਨੰਬਰ ਕੈਲਕੂਲੇਟ ਕਰੋ ਤੁਹਾਡਾ ਡੈਸੀਮਲ ਨੰਬਰ ਕਿਹੜਾ ਬਣ ਗਿਆ। ਤਾਂ ਜੇ ਅਸੀਂ 8421 ਵਾਲੇ ਫਾਰਮੂਲੇ ਨਾਲ ਕੈਲਕੂਲੇਟ ਕਰਦੇ ਹਾਂ 1 2 4 8 16 32, ਤਾਂ ਇਹਦੇ ਵਿੱਚ ਜਿੱਥੇ ਜਿੱਥੇ 1 ਆਇਆ, ਇੱਕ 16 ਦੀ ਪੋਜੀਸ਼ਨ 'ਤੇ, ਇੱਕ 4 ਦੀ ਪੋਜੀਸ਼ਨ 'ਤੇ, ਤਾਂ ਦੋਨਾਂ ਨੂੰ ਜੋੜ ਕੇ ਸਾਡਾ ਆਨਸਰ ਕਿੰਨਾ ਬਣੂਗਾ, ਦੈਟ ਇਜ਼ 20। ਤਾਂ ਪ੍ਰੋਗਰਾਮ ਦੀ ਫਾਰਮ ਦੇ ਵਿੱਚ ਵੀ ਤੁਹਾਨੂੰ ਜਿਹੜਾ ਲੈਫਟ ਸ਼ਿਫਟ ਆਪਰੇਟਰ ਉਹ ਸ਼ੋਅ ਕੀਤਾ ਹੋਇਆ। ਪ੍ਰੋਗਰਾਮ ਤੁਸੀਂ ਬਣਾ ਕੇ ਦੇਖੋਗੇ ਕਿ 5 ਨੂੰ 2 ਬਿਟ ਸ਼ਿਫਟ ਕਰਕੇ ਲੈਫਟ ਵੱਲ ਨੂੰ ਤੁਹਾਡਾ ਆਨਸਰ 20 ਆਏਗਾ, ਅਤੇ ਉਹ 20 ਕਿਸ ਤਰ੍ਹਾਂ ਆ ਰਿਹਾ ਉਹ ਤੁਹਾਨੂੰ ਇਸ ਐਗਜ਼ਾਮਪਲ ਦੇ ਵਿੱਚ ਐਕਸਪਲੇਨ ਕੀਤਾ ਹੋਇਆ। ਤੁਸੀਂ ਨੰਬਰ ਨੂੰ ਪਹਿਲਾਂ ਬਾਈਨਰੀ ਦੇ ਵਿੱਚ ਕਨਵਰਟ ਕਰੋ। ਕਨਵਰਟ ਕਰਨ ਤੋਂ ਬਾਅਦ ਜਿੰਨੇ ਬਿਟ ਕਨਵਰਟ ਕਰਨ ਨੂੰ ਕਿਹਾ ਉਹਦੇ ਇਸ ਸਾਈਡ ਮਤਲਬ ਰਾਈਟ ਸਾਈਡ 'ਤੇ ਤੁਸੀਂ ਐਕਸਟਰਾ 0s ਪੁੱਟ ਕਰ ਦਿਓ। ਫਿਰ ਤੁਸੀਂ ਉਹਨੂੰ ਕੈਲਕੂਲੇਟ ਕਰੋ ਡੈਸੀਮਲ ਅਕੋਰਡਿੰਗ, ਜਿਹੜਾ ਵੀ ਨੰਬਰ ਬਣੂ ਉਹ ਤੁਹਾਡਾ ਆਨਸਰ ਹੋਏਗਾ। ਨੈਕਸਟ ਅਸੀਂ ਕਰ ਰਹੇ ਹਾਂ ਰਾਈਟ ਸ਼ਿਫਟ ਆਪਰੇਟਰ। ਤਾਂ ਤੁਹਾਡਾ ਰਾਈਟ ਸ਼ਿਫਟ ਆਪਰੇਟਰ ਵੀ ਬਿਟ ਵਾਈਜ਼ ਆਪਰੇਟਰ ਹੈ, ਜਿਹੜਾ ਕਿ ਤੁਹਾਡੀਆਂ ਬਿਟਸ ਨੂੰ ਰਾਈਟ ਸਾਈਡ ਵੱਲ ਨੂੰ ਸ਼ਿਫਟ ਕਰੇਗਾ। ਲਿਖਦੇ ਸੀ ਇਸਦਾ ਸਿੰਟੈਕਸ ਆ, ਤੁਹਾਡੀ ਜਿਹੜੀ ਵੈਲਿਊ ਨੂੰ ਸ਼ਿਫਟ ਕਰਨਾ ਕਿੰਨੇ ਬਿਟਸ ਨਾਲ ਰਾਈਟ ਨੂੰ ਸ਼ਿਫਟ ਕਰਨਾ, ਇਹ ਤੁਹਾਡਾ ਰਾਈਟ ਸ਼ਿਫਟ ਦਾ ਆਪਰੇਟਰ ਹੈ। ਤਾਂ ਇਸ ਦੇ ਵਿੱਚ ਅਸੀਂ ਬਿਟਸ ਨੂੰ ਸ਼ਿਫਟ ਕਰਾਂਗੇ ਉਸੇ ਤਰ੍ਹਾਂ। ਤਾਂ ਸ਼ਿਫਟ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਐਗਜ਼ਾਮਪਲ ਦੀ ਹੈਲਪ ਨਾਲ। ਤਾਂ ਇੱਥੇ ਉਹਨੇ ਇੱਕ ਚੀਜ਼ ਜਿਹੜੀ ਥੋੜ੍ਹੀ ਜਿਹੀ ਧਿਆਨ ਦੇਣ ਯੋਗ ਹੈ ਕਿ ਜੇਕਰ ਤੁਸੀਂ a ਨੂੰ ਇੱਥੇ 7 ਲਿਖਿਆ, ਮਤਲਬ ਤੁਹਾਡੀ ਇੱਕ ਵੈਲਿਊ ਹੈ 7, ਜਿਹਨੂੰ ਕਿ ਤੁਸੀਂ ਬਾਈਨਰੀ ਦੇ ਵਿੱਚ ਕਨਵਰਟ ਕਰ ਲਿਆ, ਤਾਂ ਉਹ ਬਣੂਗਾ 0111।
क्लीयर है। तो उन्होंने तुसी 2 बिट शिफ्ट कर रहे हो, तो वो 2 बिट शिफ्ट कर रहे होगे राइट साइड में। तो राइट साइड तो साडा मीनिंग तुसी इधर नूं शिफ्ट करना, दैट मीनस वो लैफ्ट साइड वो अगे तुसी उन्नियां 0 ला दो जिन्ने बिट उन्होंने शिफ्ट करन नूं कह रहे हो। तो जो असीं उहदे अगे उन्नियां 0 लगावांगे, क्लीयर है, तो लैफ्ट दे विच तां की सी नंबर अगे वल नूं वध जांदा, बट राइट दे विच नंबर अगे वल नूं वधूगा नहीं। जे मैं सिंपल बोलां तो उन्ने बिट पिछों कट्टे जांदे आ, क्लीयर है। उस दे विच असीं लैफ्ट वल नूं लै जांदे सी, क्योंकि वैसे भी साडा जिहड़ा कोड आ वो अगे अगे इंक्रीज़ हुंदा जांदा, बट हुण असीं राइट साइड नूं आ रहे इधर नूं। तो इधर आके जिहड़ा तुहाडा कोड इदों अगे की करांगे आपां, इदों अगे तां नहीं जा सकदे, जानी कि इदों अगे साडी बाउंड्री तो अगे नहीं सी जावांगे, उहनूं कट कर दो। सिंपल एग्जाम्पल दे विच समझावां तो जेकर 7 नूं असीं इस तरह लिख रहे हैं 0 1 1 1, इहनूं असीं 2 बिट शिफ्ट करन नूं कह रहे हैं राइट वल नूं, मतलब इहदियां पिछलियां 2 बिट कट दो। आ 1 1 तुसीं कट दो, पिछे की रह गया तुहाडा 0 1, अगे एक्सट्रा 0 भी लगा लो तां तुहाडा बनदा 0 0 0 1, यानी कि जिन्हों असीं बोलांगे डैसीमल दे विच 1। प्रोग्राम की हैल्प नाल तुहानूं समझाई हुई है एग्जाम्पल, जिहदे विच कि तुसीं 7 नूं राइट बिट शिफ्ट कर रहे हो 2 नाल, तो आंसर तुहाडा आउंदा 1, क्योंकि 7 नूं जेकर असीं बाइनरी दे विच इस तरह रिप्रजेंट कर रहे हैं, दैट मीनस 2 बिट शिफ्ट करन नूं कह रहे हो, तो पिछे तो 2 बिट कट दो अते अगे उन्हां 0 लगा दो, तो तुसीं चैक करोगे जिहड़ा तुहाडा आंसर है वो आएगा 1। तो उस टॉपिक दे नाल साडे बिट वाइज ऑपरेटर्स कवर हो गए ने। नैक्सट साडा टॉपिक है एड्रैस ऑफ ऑपरेटर एंड पॉइंटर ऑपरेटर। तो ये जिहड़े दोनों ऑपरेटर्स ने ज़्यादातर इकट्ठे ही यूज़ होंदे ने, जिस दे विचों कि एड्रैस ऑफ ऑपरेटर का काम है दिस गिव्स द एड्रैस ऑफ अ वेरीएबल। जेकर तुसीं एड्रैस ऑफ ऑपरेटर नूं यूज़ करदे हो किसी वेरीएबल के नेम के अगे, तो उस समय ये तुहानूं किसी का एड्रैस दिंदा कि वो वेरीएबल किस एड्रैस से स्टोर है। सपोज तुसीं कोई ए वेरीएबल लिया जिन्हों 5 वैल्यू दिती, तो 5 वैल्यू मैमरी दे विच किते जाके स्टोर हुई है, वो जिस जगह ते स्टोर हुई है, सपोज करो वो 200 जगह ते स्टोर हुई है, मतलब वो एड्रैस है। तो वो एड्रैस लैन दे लई असीं यूज़ करते हैं एड्रैस ऑफ ऑपरेटर्स नूं। तो हुण तुसीं कन्फ्यूज़ ना होयो, यही सिंबल असीं यूज़ किया सीगा लॉजिकल एंड दे विच, जिद्दां कि असीं डबल बार लिख रहे हैं, तो बाइनरी सी ए एंड बी पाउंदे सी, क्लीयर है। फिर असीं इस नूं किता बिट वाइज दे विच, जिथे कि सिर्फ एक बार ही लिखिया जांदा, बट ये भी 2 ऑपरेंड नाल काम कर रहे सी ए एंड बी करके। हुण जदों असीं कर रहे हैं एड्रैस ऑपरेटर, उदों ये यूनरी होगा, मतलब किसी एक दे अगे ही आएगा। तो इत्थों तुहानूं क्लीयर हो जू कि यह लॉजिकल है, कि यह बिट वाइज है, या यह तुहाडा एड्रैस ऑफ है। लॉजिकल के केस से एड्रैस का सिंबल डबल टाइम्स यूज़ करते सी एम्परसेंट नूं सी, बिट वाइज दे विच असीं सिंगल टाइम यूज़ किया, बट 2 ऑपरेंड हुंदे सी ए एंड बी पाउंदे सी। जो असीं एड्रैस ऑफ दे विच यूज़ करांगे उदों कल्ले किसी एक वेरीएबल के नाम नाल ही यूज़ होगा, तो ये तुहानूं उहदा एड्रैस दस्सेगा। नैक्सट तुहाडा पॉइंटर ऑपरेटर। पॉइंटर ऑपरेटर ये दसूगा कि उस एड्रैस ते वैल्यू किहड़ी स्टोर है, उस एड्रैस से जी वैल्यू स्टोर है वो दसन दे लई तुसीं यूज़ करोगे पॉइंटर ऑपरेटर। तो पॉइंटर्स दे एक तुहानूं दस रही हैं, पॉइंटर हमेशा तुहाडा एड्रैस स्टोर करवाउंदे ने। सपोज ए वेरीएबल विच वैल्यू 5 है, तुसीं चैक करना चाहुंदे हो कि वो किहड़े एड्रैस ते हैगी है, जां वो एड्रैस किते वेरीएबल च स्टोर करवाउणा चाहुंदे हो, तो उदों तुहानूं पॉइंटर्स बनाउणे पैंदे ने, अते पॉइंटर्स दे नेम दे अगे तुसीं सिंबल लगाउणे हो। एग्जाम्पल नाल समझण दी कोशिश करदे हां असीं। मेन प्रोग्राम दे विच तुसीं 2 वेरीएबल्स ले, जेकर असीं इत्थे देखीए एक वेरीएबल तो नॉर्मली लिया इंट दा वेरीएबल क्यू, बट एक वेरीएबल जिहड़ा असीं PTR लै रहे हैं उहदे नाम दे अगे असीं स्टार पा रहे हैं, दैट मीनस ये की बन गया पॉइंटर। तो पॉइंटर वो हुंदे आ जिहड़े कि कोई नॉर्मल वैल्यू स्टोर नहीं करते, किसी चीज़ का एड्रैस स्टोर करवाउंदे आ। फिर असीं क्यू नूं वैल्यू दित्ती 50, जिहड़ा यानी कि तुहाडा नॉर्मल क्यू वेरीएबल उहनूं वैल्यू मिली 50। तो इन्ना लिखण दे नाल सपोज करो एक वेरीएबल क्यू लिया, उन्होंने असीं वैल्यू दे रहे हैं 50, यानी कि क्यू नाम ते 50 वैल्यू स्टोर होगी, तो 200 सपोज करो उहदा एड्रैस है कि वो 200 एड्रैस ते पई हुई है वैल्यू। फिर असीं क्यू दा एड्रैस स्टोर करवाना, तो तुहानूं दस्सिया सी कि जदों असीं किसी दे नाम अगे स्टार लाउने आ, पॉइंटर ऑपरेटर ला दिंदे आ, वो किसी दा एड्रैस स्टोर करवाउंदा, ना कि कोई नॉर्मल वैल्यू। तो असीं क्यू दा एड्रैस किहदे विच पवाता PTR दे विच,
ਤਾਂ ਕਿਊ ਦਾ ਐਡਰੈਸ ਗਿਆ PTR 'ਚ, ਮਤਲਬ ਹੁਣ PTR ਦੀ ਵੈਲਿਊ ਕਿੰਨੀ ਬਣ ਗਈ 200, ਕਿਉਂਕਿ ਕਿਊ ਦਾ ਐਡਰੈਸ 200 ਸੀ ਤਾਂ ਉਹ ਐਡਰੈਸ ਕਿਹਦੇ ਵਿੱਚ ਚਲਾ ਗਿਆ, ਪੁਆਇੰਟਰ ਦੇ ਵਿੱਚ। ਫਿਰ ਅਸੀਂ ਪ੍ਰਿੰਟ ਆਫ ਕਰਵਾ ਰਹੇ ਹਾਂਗੇ PTR ਨੂੰ ਸਟਾਰ ਪਾ ਕੇ, ਤਾਂ ਇੱਥੇ ਤੁਹਾਡਾ PTR ਦੇਗਾ ਆਨਸਰ ਜਿਹੜੀ ਵੀ ਵੈਲਿਊ ਉਸ ਐਡਰੈਸ 'ਤੇ ਸਟੋਰ ਆ। ਅਤੇ ਜੇਕਰ ਅਸੀਂ PTR ਦਾ ਦੇਖੀਏ ਕਿਹੜੀ ਹੈ 200 ਐਡਰੈਸ 'ਤੇ ਵੈਲਿਊ ਕਿਹੜੀ ਸਟੋਰ ਆ 50, ਤਾਂ ਤੁਹਾਡਾ ਆਨਸਰ ਵੀ ਇੱਥੇ ਕੀ ਆਏਗਾ 50। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ। ਜੇਕਰ ਮੈਂ ਇੱਥੇ ਸਟਾਰ PTR ਪ੍ਰਿੰਟ ਕਰਵਾ ਰਹੀ ਹਾਂ ਤਾਂ ਦੈਟ ਮੀਨਸ ਦ ਵੈਲਿਊ ਐਟ ਐਡਰੈਸ, ਉਸ ਐਡਰੈਸ 'ਤੇ ਜਦੋਂ ਜਾਂਦੇ ਹੋ ਤਾਂ ਵੈਲਿਊ ਕਿਹੜੀ ਸਟੋਰ ਹੈ 50, ਤਾਂ ਤੁਹਾਡਾ ਆਊਟਪੁੱਟ ਵੀ ਕੀ ਆਏਗੀ 50। ਤਾਂ ਇੱਥੇ ਤੁਹਾਡੇ ਦੋ ਆਪਰੇਟਰਸ ਐਡਰੈਸ ਆਫ ਆਪਰੇਟਰ ਐਂਡ ਪੁਆਇੰਟਰ ਆਪਰੇਟਰ ਕਵਰ ਹੋ ਰਹੇ ਨੇ, ਤਾਂ ਕਨਫਿਊਜ਼ ਨਹੀਂ ਹੋਣਾ। ਐਡਰੈਸ ਆਪਰੇਟਰ ਕਿਸੇ ਚੀਜ਼ ਦਾ ਐਡਰੈਸ ਦੱਸਦਾ, ਜਿਵੇਂ ਅਸੀਂ ਕਿਊ ਦਾ ਐਡਰੈਸ PTR 'ਚ ਪਵਾਇਆ, ਅਤੇ PTR ਤੁਹਾਡਾ ਇੱਕ ਪੁਆਇੰਟਰ ਹੈ, ਕਿਉਂਕਿ ਇਹਦੇ ਜਦੋਂ ਅਸੀਂ ਡਿਕਲੇਅਰ ਕੀਤਾ ਤੇ ਨਾਮ ਦੇ ਅੱਗੇ ਸਟਾਰ ਹੈ, ਦੈਟ ਮੀਨਸ ਇੱਕ ਪੁਆਇੰਟਰ ਹੈ, ਅਤੇ ਇਹ ਕਿਸ ਦਾ ਐਡਰੈਸ ਸਟੋਰ ਕਰਵਾ ਰਿਹਾ, ਅਤੇ ਉਹ ਐਡਰੈਸ ਦੇ ਉੱਪਰ ਵੈਲਿਊ ਕਿਹੜੀ ਹੈ ਉਹ ਪ੍ਰਿੰਟ ਅਸੀਂ ਕਰਵਾ ਕੇ ਦੇਖ ਸਕਦੇ ਹਾਂ। ਨੈਕਸਟ ਹੈ ਤੁਹਾਡਾ ਸਾਈਜ਼ ਆਫ ਆਪਰੇਟਰ। ਨਾਮ ਤੋਂ ਹੀ ਕਲੀਅਰ ਹੈ ਕਿ ਕਿਸੇ ਚੀਜ਼ ਦਾ ਸਾਈਜ਼ ਦੱਸੇਗਾ, ਉਹਨੂੰ ਅਸੀਂ ਬੋਲਦੇ ਹਾਂ ਸਾਈਜ਼ ਆਫ ਆਪਰੇਟਰ। ਇਟ ਰਿਟਰਨ ਦਾ ਅਮਾਊਂਟ ਆਫ ਮੈਮਰੀ ਐਲੋਕੇਟਡ ਟੂ ਦੈਟ ਡਾਟਾ ਟਾਈਪ। ਇਹ ਤੁਹਾਨੂੰ ਦੱਸੂਗਾ ਕਿ ਉਹ ਜਿਹੜਾ ਵੇਰੀਏਬਲ ਹੈ ਅਤੇ ਉਹ ਜਿਹੜਾ ਤੁਹਾਡਾ ਨੰਬਰ ਹੈ ਤਾਂ ਉਹ ਵੈਲਿਊ ਕਿੰਨੀ ਸਟੋਰ ਕਰਵਾ ਰਿਹਾ, ਉਹ ਕੀ ਮੈਮਰੀ ਦੇ ਵਿੱਚ 2 ਬਾਈਟ ਲੈ ਰਿਹਾ, 4 ਬਾਈਟ ਲੈ ਰਿਹਾ, 8 ਬਾਈਟ ਲੈ ਰਿਹਾ, ਉਹ ਕਿੰਨੀ ਮੈਮਰੀ ਰੋਕ ਰਿਹਾ, ਉਹ ਮੈਮਰੀ ਦੱਸਣ ਦੇ ਲਈ ਅਸੀਂ ਯੂਜ਼ ਕਰਦੇ ਹਾਂ ਸਾਈਜ਼ ਆਫ ਆਪਰੇਟਰ ਨੂੰ। ਸਾਈਜ਼ ਆਫ ਆਪਰੇਟਰ ਸਪੋਜ਼ ਕਿ ਤੁਹਾਡਾ ਇੱਕ ਵੇਰੀਏਬਲ ਹੈ ਇੰਟ A, ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ A ਨੇ ਮੈਮਰੀ ਕਿੰਨੀ ਲਈ ਹੈ। ਹੁਣ ਸਾਨੂੰ ਸਭ ਨੂੰ ਕਲੀਅਰ ਹੈ ਕਿ A ਮੈਮਰੀ ਦੀ 2 ਬਾਈਟ ਲੈਂਦਾ ਕਿਉਂਕਿ ਇਹ ਇੰਟੀਜ਼ਰ ਹੈ, ਕਲੀਅਰ ਹੈ। ਬਟ ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਚੈੱਕ ਕਰਕੇ ਦੇਖਣਾ ਚਾਹੁੰਦੇ ਹੋ ਵੀ ਕੀ ਇਹ 2 ਬਾਈਟ ਹੀ ਲੈ ਰਿਹਾ, ਤਾਂ ਤੁਸੀਂ ਸਾਈਜ਼ ਆਫ ਆਪਰੇਟਰ ਨੂੰ ਯੂਜ਼ ਕਰੋਗੇ। ਸਾਈਜ਼ ਆਫ ਆਪਰੇਟਰ ਨੂੰ ਯੂਜ਼ ਕਰਨ ਦੇ 2 ਮੈਥਡ ਨੇ, ਜਾਂ ਤਾਂ ਤੁਸੀਂ ਸਾਈਜ਼ ਆਫ ਲਿਖ ਕੇ ਬ੍ਰੈਕਟ ਦੇ ਵਿੱਚ ਵੇਰੀਏਬਲ ਨੇਮ ਲਿਖੋ, ਜਾਂ ਤੁਸੀਂ ਬ੍ਰੈਕਟ 'ਚ ਡਾਟਾ ਟਾਈਪ ਵੀ ਲਿਖ ਸਕਦੇ ਹੋ। ਮੀਨਸ ਜਾਂ ਤਾਂ ਤੁਸੀਂ ਸਾਈਜ਼ ਆਫ A ਵੀ ਲਿਖ ਸਕਦੇ ਹੋ ਜਾਂ ਸਾਈਜ਼ ਆਫ ਇੰਟ ਵੀ ਲਿਖ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਵੇਰੀਏਬਲ ਹੈ ਇੰਟ A = 16, ਤਾਂ A ਇੱਕ ਤੁਹਾਡਾ ਵੇਰੀਏਬਲ ਹੈ ਜਿਹੜੀ ਦੀ ਡਾਟਾ ਟਾਈਪ ਇੰਟ ਹੈ। ਅਸੀਂ ਪ੍ਰਿੰਟ ਆਫ ਕਰਵਾਉਣ ਨੂੰ ਕਹਿ ਰਹੇ ਹਾਂ ਸਾਈਜ਼ ਆਫ A, ਯਾਨੀ ਕਿ ਉਹ A ਦਾ ਸਾਈਜ਼ ਪ੍ਰਿੰਟ ਕਰਵਾਊਗਾ ਕਿ A ਨੇ ਕਿੰਨੀ ਜਗ੍ਹਾ ਲਈ ਹੈ। ਜਾਂ ਫਿਰ ਐਸੇ ਨੂੰ ਤੁਸੀਂ ਸੈਕਿੰਡ ਮੈਥਡ ਇਸ ਨਾਲ ਵੀ ਕਰ ਸਕਦੇ ਹੋ ਕਿ ਪ੍ਰਿੰਟ ਆਫ ਸਾਈਜ਼ ਆਫ ਇੰਟ, ਤੁਸੀਂ ਵੇਰੀਏਬਲ ਨੇਮ ਨਾ ਲਿਖ ਕੇ ਡਾਇਰੈਕਟ ਡਾਟਾ ਟਾਈਪ ਲਿਖ ਦਿਓ, ਜਾਂ ਫਿਰ ਤੁਸੀਂ ਇੰਟ ਨਹੀਂ ਤਾਂ ਕੈਰ, ਫਲੋਟ ਕਿਸੇ ਵੀ ਡਾਟਾ ਟਾਈਪ ਦਾ ਸਾਈਜ਼ ਚੈੱਕ ਕਰ ਸਕਦੇ ਹੋ। ਤਾਂ ਇਸ ਐਗਜ਼ਾਮਪਲ ਦੇ ਵਿੱਚ ਜਿਹੜੀ ਤੁਹਾਡੀ ਆਊਟਪੁੱਟ ਹੈ ਜਦੋਂ ਅਸੀਂ ਪ੍ਰਿੰਟ ਆਫ ਕਰਵਾ ਰਹੇ ਹਾਂ ਸਾਈਜ਼ ਆਫ A, ਤਾਂ ਹੁਣ A ਕਿਹੜੀ ਡਾਟਾ ਟਾਈਪ ਦਾ ਹੈ ਇੰਟ। ਇੱਕ ਇੰਟ ਵੇਰੀਏਬਲ ਕਿੰਨੀ ਜਗ੍ਹਾ ਲੈਂਦਾ ਮੈਮਰੀ ਦੇ ਵਿੱਚ 2 ਬਾਈਟ, ਤਾਂ ਇਹਦਾ ਆਨਸਰ ਆਏਗਾ 2। ਨੈਕਸਟ ਸਟੇਟਮੈਂਟ ਜੇਕਰ ਦੇਖੀਏ ਅਸੀਂ ਇਹਨੂੰ ਕਿ ਸਾਈਜ਼ ਆਫ ਇੰਟ ਪ੍ਰਿੰਟ ਕਰਵਾਓ ਕਿ ਇੰਟ ਕਿੰਨੇ ਜਗ੍ਹਾ ਸਪੇਸ ਲਊਗਾ, ਤਾਂ ਓਬੀਅਸ ਹੈ 2। ਨੈਕਸਟ ਅਸੀਂ ਕਹਿ ਰਹੇ ਹਾਂ ਕੈਰ ਕਿੰਨੀ ਸਪੇਸ ਲੈ ਰਿਹਾ 1, ਤਾਂ ਆਨਸਰ ਇਹਦਾ ਆਏਗਾ 1। ਸਾਈਜ਼ ਆਫ ਫਲੋਟ ਕਿੰਨੀ ਜਗ੍ਹਾ ਲੈਂਦਾ ਮੈਮਰੀ ਦੇ ਵਿੱਚ 4, ਤਾਂ ਇਹਦਾ ਆਨਸਰ ਆਏਗਾ 4। ਤਾਂ ਇੱਥੇ ਮੇਰਾ ਕਹਿਣ ਤੋਂ ਭਾਵ ਹੈ ਕਿ ਤੁਸੀਂ ਇੱਥੇ ਵੇਰੀਏਬਲ ਦਾ ਨਾਮ ਦੇ ਕੇ ਵੀ ਸਾਈਜ਼ ਚੈੱਕ ਕਰ ਸਕਦੇ ਹੋ, ਜਾਂ ਤੁਸੀਂ ਉਸਦੇ ਡਾਟਾ ਟਾਈਪ ਵੀ ਕਰ ਸਕਦੇ ਹੋ। ਤਾਂ ਇਹ ਤੁਹਾਨੂੰ ਦੱਸੂਗਾ ਕਿ ਉਹ ਵੇਰੀਏਬਲ ਜਾਂ ਉਹ ਡਾਟਾ ਟਾਈਪ ਮੈਮਰੀ ਦੇ ਵਿੱਚ ਟੋਟਲ ਕਿੰਨੀ ਸਪੇਸ ਲੈ ਰਹੀ ਹੈ। ਹੁਣ ਸਾਡਾ ਕੋਮਾ ਆਪਰੇਟਰ, ਕੋਮਾ ਤੁਸੀਂ ਸਭ ਨੇ ਦੇਖਿਆ ਵੀ, ਆਪਾਂ ਯੂਜ਼ ਵੀ ਕਰਦੇ ਹਾਂ ਆਮ ਲੈਂਗੁਏਜ ਦੇ ਵਿੱਚ ਵੀ ਕਿ ਅਸੀਂ ਕੋਮਾ ਪਾਉਣੇ ਆ, ਕੁਛ ਲਿਖ ਰਹੇ ਹੋ 2-3 ਚੀਜ਼ਾਂ ਦੇ ਨਾਮ ਤਾਂ ਤੁਸੀਂ ਕੋਮਾ ਪਾ ਕੇ ਲਿਖਦੇ ਹੋ। ਤਾਂ ਇੱਥੇ ਅਸੀਂ ਚੈੱਕ ਕਰਦੇ ਹਾਂ ਸਾਡਾ ਕੋਮਾ ਆਪਰੇਟਰ। ਕੋਮਾ ਆਪਰੇਟਰ ਨੂੰ ਯੂਜ਼ ਕੀਤਾ ਜਾਂਦਾ ਐਜ਼ ਅ ਸੈਪਰੇਟਰ। 2 ਚੀਜ਼ਾਂ ਨੂੰ ਸੈਪਰੇਟ ਕਰਨ ਲਈ, ਅਲੱਗ-ਅਲੱਗ ਕਰਨ ਦੇ ਲਈ ਵੀ ਅਸੀਂ ਕੋਮਾ ਨੂੰ ਯੂਜ਼ ਕਰਦੇ ਹਾਂ। ਐਗਜ਼ਾਮਪਲ, ਤੁਸੀਂ ਫੰਕਸ਼ਨ ਨੇਮ ਦੇ ਵਿੱਚ ਕੋਈ ਵੇਰੀਏਬਲਸ ਦੇ ਨੇਮ ਲਿਖਣੇ ਨੇ, ਜਾਂ ਤੁਸੀਂ ਵੇਰੀਏਬਲ ਡਿਕਲੇਅਰ ਕਰ ਰਹੇ ਹੋ ਇੱਕ ਤੋਂ ਵੱਧ, ਇੰਟ A = 1 ਨਾਲ ਹੀ ਕੋਮਾ B = 2, ਤਾਂ ਆਹ 2 ਚੀਜ਼ਾਂ ਨੂੰ ਅਲੱਗ-ਅਲੱਗ ਕਰਨ ਲਈ, ਸੈਪਰੇਟ ਕਰਨ ਲਈ ਅਸੀਂ ਕੋਮਾ ਨੂੰ ਯੂਜ਼ ਕਰਦੇ ਹਾਂ। ਕੋਮਾ ਐਕਟ ਐਜ਼ ਅ ਸੈਪਰੇਟਰ ਵੈਨ ਯੂਜ਼ਡ ਵਿਦ ਫੰਕਸ਼ਨ ਕਾਲ ਐਂਡ ਡੈਫੀਨੇਸ਼ਨ function like macros, variable declaration, enum declaration and similar constructor। ਤਾਂ ਇੱਥੇ ਮੇਰਾ ਕਹਿਣ ਤੋਂ ਭਾਵ ਹੈ ਕਿ ਕੋਮਾ ਨੂੰ ਤੁਸੀਂ 2 ਚੀਜ਼ਾਂ ਨੂੰ 3 ਨੂੰ ਅਲੱਗ-ਅਲੱਗ ਕਰਨ ਦੇ ਲਈ ਵੀ ਯੂਜ਼ ਕਰਦੇ ਹੋ ਐਜ਼ ਅ ਸੈਪਰੇਟਰ। ਕੋਮਾ ਐਜ਼ ਐਨ ਆਪਰੇਟਰ, ਤਾਂ ਮੋਸਟ ਇੰਪੋਰਟੈਂਟ ਹੈ ਕਿ ਕੋਮਾ ਨੂੰ ਐਜ਼ ਅ ਆਪਰੇਟਰ ਵੀ ਆਪਾਂ ਯੂਜ਼ ਕਰਦੇ ਹਾਂ।
ਜਿਹਨੂੰ ਕਿ ਅਸੀਂ ਐਜ਼ ਅ ਬਾਈਨਰੀ ਆਪਰੇਟਰ ਯੂਜ਼ ਕਰਦੇ ਹਾਂ, ਦੈਟ evaluate its first operand and discard the result. It then evaluate the second operand and return this value. Meaning कि ਇੱਥੇ ਅਸੀਂ ਲਿਖਿਆ ਹੋਇਆ int I equals to 5,10, ਤਾਂ ਇੱਥੇ ਉਹ ਕੀ ਕਰੂ, ਉਹਨੇ ਪਹਿਲੀ ਵੈਲਿਊ ਚੈੱਕ ਕੀਤੀ I ਨੂੰ 5 ਦੇਣ ਦੀ, ਬਟ ਉਸ ਤੋਂ ਅੱਗੇ ਹੋਰ ਵੀ ਵੈਲਿਊ ਹੈ, ਯਾਨੀ ਕਿ ਉਹ A ਨੂੰ 5 ਨਾ ਦੇ ਕੇ ਉਹ A ਨੂੰ ਕਿਹੜੀ ਵੈਲਿਊ I ਨੂੰ ਕਿਹੜੀ ਵੈਲਿਊ ਦਊਗਾ 10। ਉਸ ਨੂੰ ਅਸੀਂ ਬੋਲਦੇ ਹਾਂ ਕਿ ਉਹਨੇ ਫਸਟ ਓਪਰੈਂਡ ਨੂੰ ਡਿਸਕਾਰਡ ਕੀਤਾ ਅਤੇ ਸੈਕਿੰਡ ਓਪਰੈਂਡ ਨੂੰ ਐਵੈਲਿਊਟ ਕਰਕੇ ਸੈਕਿੰਡ ਦੀ ਵੈਲਿਊ ਸਟੋਰ ਕਰਵਾਤੀ। ਤਾਂ ਵੈਸੇ ਅਸੀਂ ਨੋਰਮਲ ਪ੍ਰੋਗਰਾਮ 'ਚ ਡਾਇਰੈਕਟ ਇੱਕ ਹੀ ਵੈਲਿਊ ਦਿੰਦੇ ਹਾਂ, ਜਿਵੇਂ ਸਪੋਜ਼ ਇੰਟ A ਇਕੁਅਲਸ ਟੂ 5, ਬਟ ਇੱਥੇ ਅਸੀਂ ਲਿਖ ਰਹੇ ਇੰਟ I ਇਕੁਅਲਸ ਟੂ 5,10 ਕਿ ਕੀ I 5 ਹੈ ਕਿ 10 ਹੈ, ਤਾਂ ਓਬਵੀਅਸ ਉਹ ਫਸਟ ਵੈਲਿਊ ਨਾ ਦੇ ਕੇ ਉਹ ਸੈਕਿੰਡ ਵੈਲਿਊ ਦਊਗਾ, ਉਹਨੂੰ ਅਸੀਂ ਬੋਲਦੇ ਹਾਂ ਕੋਮਾ ਐਜ਼ ਐਨ ਓਪਰੇਟਰ। ਤਾਂ ਇੱਥੇ ਤੁਹਾਡੀ 10 ਵੈਲਿਊ ਅਸਾਈਨ ਹੋਊਗੀ ਤੁਹਾਡੇ I ਵੇਰੀਏਬਲ ਨੂੰ। ਹੁਣ ਜੇਕਰ ਅਸੀਂ ਓਪਰੇਟਰਸ ਦਾ ਟੌਪਿਕ ਕਵਰ ਕਰ ਰਹੇ ਹਾਂ ਤਾਂ ਲਾਸਟ 'ਤੇ ਇੱਕ ਮੋਸਟ ਇੰਪੋਰਟੈਂਟ ਟੌਪਿਕ ਹੁੰਦਾ ਓਪਰੇਟਰ ਪ੍ਰੈਸੀਡੈਂਸ ਐਂਡ ਐਸੋਸ਼ੀਏਟਿਵਿਟੀ। ਸਾਰੇ ਓਪਰੇਟਰ ਕਵਰ ਕਰਨ ਤੋਂ ਬਾਅਦ ਹੁਣ ਅਸੀਂ ਓਪਰੇਟਰ ਪ੍ਰੈਸੀਡੈਂਸ ਚੈੱਕ ਕਰਦੇ ਹਾਂ ਕਿ ਕੀ ਹੈ, ਮਤਲਬ ਕਿਹੜੇ ਓਪਰੇਟਰ ਦੀ ਪ੍ਰਾਇਓਰਟੀ ਵੱਧ ਹੈ। Determine which operator is performed first in an expression with more than one operator with different precedence. Meaning ਕਿ ਸਪੋਜ਼ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈ, ਇੱਕ ਤੁਹਾਡਾ ਐਕਸਪ੍ਰੈਸ਼ਨ ਹੈ ਜਿਹਦੇ ਵਿੱਚ ਤੁਸੀਂ ਲਿਖਿਆ 10 + 20 × 30, ਤਾਂ ਇਸ ਦੇ ਵਿੱਚ ਕੀ ਤੁਸੀਂ ਪਲੱਸ ਨੂੰ ਪਹਿਲਾਂ ਸੋਲਵ ਕਰੋਗੇ ਜਾਂ ਤੁਸੀਂ ਮਲਟੀਪਲਾਈ ਨੂੰ ਪਹਿਲਾਂ ਸੋਲਵ ਕਰੋਗੇ। ਤਾਂ ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜੇਕਰ ਅਸੀਂ ਪਲੱਸ ਪਹਿਲਾਂ ਸੋਲਵ ਕਰਦੇ ਹਾਂ 10 + 12 20 30 30 × 30 900 ਕਲੀਅਰ ਹੈ। ਤਾਂ ਇੱਥੇ ਹੁਣ ਸਾਡੀ ਇੱਕ ਹੋ ਰਹੀ ਹੈ ਗਲਤੀ, ਜੇਕਰ ਅਸੀਂ ਮਲਟੀਪਲਾਈ ਪਹਿਲਾਂ ਸੋਲਵ ਕਰਦੇ ਹਾਂ 20 × 30 60 60 + 10 70, ਤਾਂ ਦੋਨਾਂ ਦੇ ਕੇਸ ਦੇ ਵਿੱਚ ਜਿਹੜਾ ਸਾਡਾ ਆਨਸਰ ਹੈ ਉਹ ਗਲਤ ਆ ਰਿਹਾ। ਮੀਨਜ਼ ਕੋਈ ਇੱਕ ਹੀ ਸਹੀ ਹੋਊਗਾ, ਇਹ ਤਾਂ ਨਹੀਂ ਵੀ ਦੋਨੋਂ ਆਨਸਰ ਸਹੀ ਨੇ। ਤਾਂ ਉਸ ਲਈ ਇੱਕ ਸਹੀ ਰੂਲ ਫੋਲੋ ਕਰਨਾ ਕਿ ਕਿਹੜੇ ਆਪਰੇਟਰ ਨੂੰ ਅਸੀਂ ਪਹਿਲਾਂ ਸੋਲਵ ਕਰਾਂਗੇ, ਕੀ ਅਸੀਂ ਪਹਿਲਾਂ ਪਲੱਸ ਕਰਾਂਗੇ ਜਾਂ ਅਸੀਂ ਪਹਿਲਾਂ ਮਲਟੀਪਲਾਈ ਕਰਾਂਗੇ, ਉਸ ਨੂੰ ਅਸੀਂ ਬੋਲਦੇ ਹਾਂ ਤੁਹਾਡੇ ਆਪਰੇਟਰ ਦੀ ਪ੍ਰਾਇਓਰਟੀ ਕਿੰਨੀ ਹੈ। ਜਿਹੜਾ ਵੱਧ ਇੰਪੋਰਟੈਂਟ ਹੈ ਉਹਨੂੰ ਪਹਿਲਾਂ ਸੋਲਵ ਕਰਾਂਗੇ, ਦੂਸਰੇ ਨੂੰ ਬਾਅਦ 'ਚ। ਹੁਣ ਜਿਵੇਂ ਤੁਸੀਂ ਮੈਥ ਦੇ ਵਿੱਚ ਬੋਰਡ ਮਾਸ ਦਾ ਫਾਰਮੂਲਾ ਕਰਕੇ ਆਏ ਹੋ ਸਾਰੇ, ਤਾਂ ਉਹ ਕੀ ਹੁੰਦਾ, ਪਹਿਲਾਂ ਬ੍ਰੈਕਟ ਸੋਲਵ ਕਰੋ ਦੈਨ ਸੋਲਵ ਕਰੋ। ਇਸੇ ਤਰ੍ਹਾਂ ਕਰਕੇ C ਲੈਂਗੁਏਜ ਦੇ ਵਿੱਚ ਵੀ ਤੁਹਾਡੇ ਆਪਰੇਟਰ ਦੀ ਪ੍ਰੈਸੀਡੈਂਸ ਹੈ, ਤਾਂ ਉਹ ਤੁਹਾਡੀ ਜਿਹੜੀ ਪ੍ਰਾਇਓਰਟੀ ਹੈ ਉਹਨੂੰ ਅਸੀਂ ਬੋਲਦੇ ਹਾਂ ਆਪਰੇਟਰਸ ਪ੍ਰੈਸੀਡੈਂਸ। ਨੈਕਸਟ ਹੈ ਤੁਹਾਡਾ ਆਪਰੇਟਰਸ ਦੀ ਐਸੋਸ਼ੀਏਟਿਵਿਟੀ। ਐਸੋਸ਼ੀਏਟਿਵਿਟੀ ਦਾ ਇੱਥੇ ਸਾਡਾ ਮੀਨਿੰਗ ਹੈ associativity used when two operators of same precedence appear in an expression. Associativity can be either left to right or right to left. ਜੇਕਰ ਤੁਹਾਡੇ ਸੇਮ ਆਪਰੇਟਰ ਹੀ, ਸਪੋਜ਼ ਕਿ ਆਪਾਂ ਇਸ ਦੇ ਐਗਜ਼ਾਮਪਲ ਦੇ ਵਿੱਚ ਕਹਿੰਦੇ ਹਾਂ ਕਿ ਮਲਟੀਪਲਾਈ ਪਹਿਲਾਂ ਸੋਲਵ ਹੋਊ ਕਿਉਂਕਿ ਮਲਟੀਪਲਾਈ ਦੀ ਪ੍ਰਾਇਓਰਟੀ ਜ਼ਿਆਦਾ ਹੈਗੀ ਪਲੱਸ ਨਾਲੋਂ, ਬਟ ਜੇ ਦੋ ਮਲਟੀਪਲਾਈ ਆ ਜਾਣ ਜਾਂ ਇੱਕੋ ਜਿਹੇ ਆ ਜਾਣ, ਮਲਟੀਪਲਾਈ ਅਤੇ ਡਿਵਾਈਡ ਸਪੋਜ਼ ਕਰੋ ਇੱਕੋ ਜਿਹੀ ਪ੍ਰਾਇਓਰਟੀ ਦੀ ਆ ਗਈ, ਤਾਂ ਤੁਸੀਂ ਪਹਿਲਾਂ ਕਿਹਨੂੰ ਸੋਲਵ ਕਰੋਗੇ। ਹੁਣ ਹੈ ਵੀ ਪ੍ਰਾਇਓਰਟੀ ਇੱਕੋ ਜੀ, ਤਾਂ ਕੀ ਤੁਸੀਂ ਲੈਫਟ ਤੋਂ ਰਾਈਟ ਵੱਲ ਨੂੰ ਸੋਲਵ ਕਰੋਗੇ ਕਿ ਰਾਈਟ ਤੋਂ ਲੈਫਟ ਵੱਲ ਨੂੰ। ਇਸ ਐਗਜ਼ਾਮਪਲ ਦੇ ਵਿੱਚ ਅਸੀਂ ਦੇਖੀਏ ਤਾਂ ਇਸ ਐਗਜ਼ਾਮਪਲ ਦੇ ਵਿੱਚ ਤੁਹਾਡੇ 100 / 10 × 10, ਇਸ ਐਗਜ਼ਾਮਪਲ ਦੇ ਵਿੱਚ ਤੁਹਾਡਾ ਡਿਵਾਈਡ ਅਤੇ ਮਲਟੀਪਲਾਈ ਦੋਨੋਂ ਸੇਮ ਪ੍ਰਾਇਓਰਟੀ ਦੇ ਹੈ, ਇੱਕੋ ਜਿਹੀ ਪ੍ਰਾਇਓਰਟੀ ਦੇ ਹੈ। ਤਾਂ ਹੁਣ ਤੁਸੀਂ ਕੀ ਕਰੋਗੇ ਕਿ ਲੈਫਟ ਤੋਂ ਰਾਈਟ ਕਿ ਰਾਈਟ ਤੋਂ ਲੈਫਟ ਨੂੰ ਸੋਲਵ ਕਰੋਗੇ। ਉਸ ਦੇ ਲਈ ਤੁਹਾਨੂੰ ਕਲੀਅਰ ਹੁੰਦਾ ਆਪਰੇਟਰ ਦੀ ਐਸੋਸ਼ੀਏਟਿਵਿਟੀ ਤੋਂ ਕਿ ਕੀ ਉਹ ਆਪਦੇ ਲੈਫਟ ਵਾਲੇ ਆਪਰੈਂਟ ਨਾਲ ਕੰਮ ਕਰੂਗਾ ਪਹਿਲਾਂ ਕਿ ਕੀ ਉਹ ਆਪਦੇ ਰਾਈਟ ਵਾਲੇ ਆਪਰੈਂਟ ਨਾਲ ਕੰਮ ਕਰੂਗਾ, ਉਹਨੂੰ ਅਸੀਂ ਬੋਲਦੇ ਹਾਂ ਐਸੋਸ਼ੀਏਟਿਵਿਟੀ। ਇਹ ਤੁਹਾਡੀ ਆਪਰੇਟਰ ਪ੍ਰੈਸੀਡੈਂਸ ਦਾ ਚਾਰਟ ਹੈ, ਜਿਸ ਦੇ ਵਿੱਚ ਕਿ ਤੁਹਾਡੇ ਡਾਊਨ ਤੋਂ ਘੱਟ ਪ੍ਰਾਇਓਰਟੀ ਵਾਲਾ, ਦੈਨ ਉਸ ਤੋਂ ਉੱਪਰ ਉਸ ਤੋਂ ਵੱਧ ਪ੍ਰਾਇਓਰਟੀ, ਉਸ ਤੋਂ ਉੱਪਰ ਉਸ ਤੋਂ ਵੱਧ। ਜਿਵੇਂ ਐਗਜ਼ਾਮਪਲ ਦੇ ਵਿੱਚ ਕੋਮਾ ਆਪਰੇਟਰ ਦੀ ਸਭ ਤੋਂ ਘੱਟ ਪ੍ਰਾਇਓਰਟੀ ਹੈ, ਉਸ ਤੋਂ ਬਾਅਦ ਅਸਾਈਨਮੈਂਟ ਦੀ, ਉਸ ਤੋਂ ਬਾਅਦ ਕੰਡੀਸ਼ਨਲ, ਦੈਨ ਲੌਜੀਕਲ ਔਰ ਲੌਜੀਕਲ ਐਂਡ ਬਿਟਵਾਈਜ਼ ਔਰ। ਇਸ ਤਰ੍ਹਾਂ ਕਰਕੇ ਤੁਹਾਡੇ ਸਾਰੇ ਆਪਰੇਟਰ ਦੀ ਪ੍ਰਾਇਓਰਟੀ ਜਿੰਨਾ ਤੁਸੀਂ ਟੌਪ ਨੂੰ ਜਾਓਗੇ ਉਸ ਦੀ ਉਨੀ ਹੀ ਪ੍ਰਾਇਓਰਟੀ ਵੱਧ ਹੈ, ਮੀਨਸ ਉਹ ਪਹਿਲਾਂ ਸੋਲਵ ਹੋਣਗੇ। ਇਸ ਐਗਜ਼ਾਮਪਲ ਦੇ ਵਿੱਚ ਜੇਕਰ ਅਸੀਂ ਦੇਖੀਏ ਮਲਟੀਪਲਾਈ ਦੀ ਪ੍ਰਾਇਓਰਟੀ ਜ਼ਿਆਦਾ ਹੈਗੀ ਪਲੱਸ ਮਾਈਨਸ ਨਾਲੋਂ, ਤਾਂ ਮਲਟੀਪਲਾਈ ਪਹਿਲਾਂ ਸੋਲਵ ਹੋਏਗਾ ਪਲੱਸ ਮਾਈਨਸ ਬਾਅਦ ਦੇ ਵਿੱਚ। ਤੇ ਸਭ ਦੀ ਐਸੋਸ਼ੀਏਟਿਵਿਟੀ ਵੀ ਲਿਖੀ ਹੋਈ ਹੈ। ਐਸੋਸ਼ੀਏਟਿਵਿਟੀ ਮੀਨਸ ਕਿ ਉਹ ਲੈਫਟ ਤੋਂ ਰਾਈਟ ਜਾਂ ਰਾਈਟ ਤੋਂ ਲੈਫਟ ਵੱਲ ਨੂੰ ਕੰਮ ਕਰਨਗੇ।
आई होप ਤੁਹਾਨੂੰ ਆਪਰੇਟਰਸ ਦਾ ਜਿਹੜਾ ਟੌਪਿਕ ਹੈ ਉਹ ਕਲੀਅਰ ਹੋ ਗਿਆ ਹੋਊਗਾ। ਅਤੇ ਟਰਨਰੀ ਆਪਰੇਟਰ ਨੂੰ ਆਪਾਂ ਹੁਣ ਨਾ ਕਰਕੇ ਜਦੋਂ ਕੰਡੀਸ਼ਨਲ ਦੇ ਵਿੱਚ ਇਫ ਐਲਸ ਕਰਾਂਗੇ ਉਸ ਸਮੇਂ 'ਤੇ ਕਵਰ ਕਰਾਂਗੇ ਤੁਹਾਡਾ ਟਰਨਰੀ ਆਪਰੇਟਰ।